बिस्मिल्लाहिर्रहमानिर्रहीम अस्सलाम वालेकुम। कैसे इंडियन मीडिया इंडियन फ़ौज पाकिस्तान में राह के बंदे भेजती है, आपने ये क्लिप देखना सबसे पहले। और किस तरह एक्सपोज हुए पाकिस्तान में ये डैनियल नाम, इसका नाम है डैनियल, और इसका इंडियन टीवी ने इंटरव्यू लिया है और इसको आपने देखना है। और इसको राह ने रोकने की बहुत कोशिश की है, लेकिन आपने इसको देखना है। सबसे पहले ये इंटरव्यू सुने कि ये जासूस कैसे पकड़ा गया, किस तरह भारतीय एजेंसियां पाकिस्तान में जासूस भेजती हैं और भेजने के बाद उनको किस रास्ते में भेजती हैं पाकिस्तान में और कैसे भेजती हैं, क्या लालच देती हैं। सबसे पहले ये इंटरव्यू देखिए। डैनियल इस बंदे का नाम है। बहुत कोशिश की है राह ने इसके इंटरव्यू को रोकने की, लेकिन नहीं रुक सका। लेकिन आपने सबसे पहले इंटरव्यू देखना है, फिर आपने बात करनी है। वो कहाँ हैं? ਸਾਹਿਰ ਲੁਧਿਆਣਵੀ ਨੇ ਕਈ ਦਹਾਕੇ ਪਹਿਲਾਂ ਇਹ ਲਿਖਿਆ ਸੀ, ਹਿੰਦ ਦੀ ਸਰਕਾਰ ਲਈ ਜਿਹੜੇ ਲੋਕ ਜਾਸੂਸੀ ਕਰ ਰਹੇ ਸੀ ਉਹ ਅੱਜ ਰੁਲ ਰਹੇ ਨੇ, ਪਾਕਿਸਤਾਨ ਜਾਂਦੇ ਨੇ। ਅਜਿਹੇ ਹੀ ਇੱਕ ਜਾਸੂਸ ਕੋਲੇ ਆਏ ਆ। ਜਾਸੂਸ ਦਾ ਨਾਂ ਡੈਨੀਅਲ ਆ। ਡੈਨੀਅਲ ਮਾਝੇ ਤੋਂ ਲਾਹੌਰ ਜਾਂਦੇ ਸੀ, ਉੱਥੇ ਗ੍ਰਿਫਤਾਰੀ ਵੀ ਹੋਈ, ਜੇਲ੍ਹਾਂ 'ਚ ਵੀ ਰਹੇ। ਪਰ ਜਾਸੂਸ ਦਾ ਹਾਲ ਕੀ ਹੈ ਤੁਹਾਨੂੰ ਦਿਖਾਉਂਦੇ ਆ ਤੇ ਕਿਵੇਂ ਉਹ ਕਹਿ ਰਹੇ ਨੇ ਕਿ ਹਿੰਦ ਦੀ ਸਰਕਾਰ ਉਹਨਾਂ ਦੀ ਸਾਰ नहीं लै रही। तो घर दिखाने डैनियल का यह घर है, ये डैनियल का घर है। तो डैनियल काम करते सी देश दी एजेंसियां लई, पाकिस्तान की जासूसी करते साडे नाल ने। सारियां कहानियां दसणगे। सब तो पहला घर की हालत देख लो तो की हाल आ जासूसां का जिन्हां ने देश के लई जासूसी की। तो असीं तुहानूं दिखाउने आ ये वो घर आ डैनियल का, तो इक्को कमरे का घर आ। इत्थे भी डैनियल किराए ते रहिंदे ने, अपना घर टुट चुक्या है। ਇੱਕੋ ਹੀ ਘਰ ਆ, ਤੁਸੀਂ ਦੇਖ ਸਕਦੇ ਹੋ। ਇੱਕੋ ਹੀ ਕਮਰਾ ਕਮਰੇ 'ਚ ਲੈ ਕੇ ਚੱਲਦੇ ਹਾਂ ਤੁਹਾਨੂੰ। ਇੱਕੋ ਹੀ ਕਮਰਾ ਜਿੱਥੇ ਸਾਰਾ ਪਰਿਵਾਰ ਰਹਿੰਦਾ। ਔਰ ਇਹ ਇੱਕ ਉਹ ਜਾਸੂਸ ਜਿਹੜਾ ਭਾਰਤ ਦੇ ਲਈ ਜਾਸੂਸੀ ਕਰਦਾ ਸੀ ਪਾਕਿਸਤਾਨ ਦੇ ਖਿਲਾਫ। ਇਹ ਫੋਟੋ ਡੈਨੀਅਲ ਦੀ ਹੈ, ਯੰਗ ਏਜ ਦੀ, ਜਦੋਂ ਡੈਨੀਅਲ ਪਾਕਿਸਤਾਨ ਦੀ ਜੇਲ੍ਹ 'ਚ ਹੈ। ਡੈਨੀਅਲ ਮੁਤਾਬਕ ਉਹ 3 ਸਾਲ ਉੱਥੋਂ ਦੀ ਜੇਲ੍ਹ 'ਚ ਰਿਹਾ। ਬੇੜੀਆਂ ਤੁਸੀਂ ਦੇਖ ਸਕਦੇ ਹੋ ਪੈਰਾਂ 'ਚ ਬੇੜੀਆਂ ਲੱਗੀਆਂ ਹੋਈਆਂ ਨੇ। ਡੈਨੀਅਲ ਨੂੰ ਕਿੰਨੇ ਪੈਸੇ ਮਿਲਦੇ ਸੀ ਔਰ ਡੈਨੀਅਲ ਨੂੰ ਸਭ ਤੋਂ ਪਹਿਲਾਂ ਸੰਪਰਕ 'ਚ ਕਿਵੇਂ ਆਏ, ਕਿਸ ਤਰੀਕੇ ਦੇ ਨਾਲ ਜਾਸੂਸੀ ਕਰਨ ਲੱਗੇ, ਗੱਲਬਾਤ ਕਰਦੇ ਹਾਂ ਡੈਨੀਅਲ ਦੇ ਨਾਲ ਤੇ ਪੁੱਛਦੇ ਹਾਂ ਉਹਨਾਂ ਤੋਂ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਸ਼ੁਰੂਆਤ ਕਿੱਥੋਂ ਕੀਤੀ ਸੀ। ਡੈਨੀਅਲ, ਇਹ ਸੰਪਰਕ ਕਿੱਥੋਂ ਕਿਸਨੇ ਕਿਹਾ ਕਿ ਜਾਸੂਸੀ ਕਰੋ, ਕਿੱਥੋਂ ਸ਼ੁਰੂਆਤ ਹੁੰਦੀ ਹੈ? ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਇੱਕ ਤੇ ਪਹਿਲਾਂ ਗਰੀਬੀ ਬੜੀ, ਤੇ ਗਰੀਬੀ ਦੇ ਸੰਪਰਕ 'ਚ ਤਾਂ ਇੱਕ ਸ਼ਹਿਰ ਦਾ ਬੰਦਾ ਸੀਗਾ। ਉਹ ਸਾਡੇ ਨਾਲ ਗੱਲਬਾਤ ਹੋਈ ਕਿ ਤੁਸੀਂ ਇੱਥੇ ਦਿਹਾੜੀਆਂ ਲਾਉਂਦੇ, ਸ਼ੈਲਰਾਂ ਦੇ ਕੰਮ ਕਰਦੇ ਹੋ, ਅਗਰ ਤੁਹਾਨੂੰ ਕੋਈ ਅੱਛੀ ਜੋਬ ਨੌਕਰੀ ਮਿਲ ਜਾਵੇ ਤੁਹਾਨੂੰ ਤੇ ਕੰਮ ਕਰੋਗੇ। ਅਸੀਂ ਉਹਨੂੰ ਪੁੱਛਿਆ ਕਿਹੋ ਜਿਹਾ ਕੰਮ ਆ। ਕਹਿਣ ਲੱਗਾ ਪਾਕਿਸਤਾਨ ਜਾਣਾ, ਤੁਹਾਨੂੰ ਸਰਕਾਰੀ ਨੌਕਰੀ ਮਿਲ ਸਕਦੀ ਆ, ਅਗਰ ਤੁਸੀਂ ਫੜੇ ਜਾਂਦੇ ਤੁਹਾਨੂੰ ਪੈਸਾ ਬਹੁਤ ਜ਼ਿਆਦਾ ਮਿਲੇਗਾ। ਅਸੀਂ ਸੋਚ ਵਿਚਾਰ ਕੇ ਸੋਚ ਕੇ ਦੱਸਾਂਗੇ। ਦੂਜੇ ਚੌਥੇ ਨੂੰ ਫੇਰ ਆਇਆ ਬੰਦਾ ਸਾਡੇ ਘਰ ਨਾਲ ਗੱਲਬਾਤ। ਕਿਹੜਾ ਸੰਨ ਸੀ ਇਹ? 1992 ਦੀ ਗੱਲ ਹੈ। 1992 'ਚ ਉਹਦੇ ਸੰਪਰਕ ਵਿੱਚ ਆਏ। ਫਿਰ ਉਹਨੇ ਸਾਨੂੰ ਜਾਗਦੇ ਰਾਜ ਏਜੰਸੀ ਨਾਲ ਸਾਨੂੰ ਮਿਲਾਇਆ। ਸਟੇਸ਼ਨ 'ਤੇ ਸਾਡੀ ਮੁਲਾਕਾਤ ਹੋਈ ਆ। ਆਪਣੇ ਖੋਖਰ ਸਾਹਿਬ ਹੈਗੇ ਸੀਗੇ, ਐਫਓ ਸਾਹਿਬ, ਫੀਲਡ ਅਫਸਰ ਜਿਹੜੇ, ਉਹਨਾਂ ਨਾਲ ਫਿਰ ਸਾਡੀ ਗੱਲਬਾਤ ਹੋਈ। ਉੱਥੇ ਸਾਨੂੰ ਉਹਨਾਂ ਨੇ ਪੈਸੇ ਪੂਸੇ ਦਿੱਤੇ। ਸਾਨੂੰ ਉਹਨਾਂ ਸਬ ਵਿਭਾਗ ਇਹੋ ਜਿਹੇ ਵਿਖਾਏ, ਤੁਹਾਨੂੰ ਸਰਕਾਰੀ ਨੌਕਰੀ ਮਿਲੇਗੀ, ਤੁਹਾਡੇ ਆਇਡੈਂਟੀ ਕਾਰਡ ਬਣਨਗੇ, ਅਗਰ ਤੁਸੀਂ ਤੁਹਾਡਾ ਕੋਈ ਹਾਦਸਾ ਹੋ ਜਾਂਦਾ, ਫੜੇ ਜਾਂਦੇ ਹੋ, ਤੇ ਤੁਹਾਡੇ ਘਰ ਪੈਸਾ ਪਹੁੰਚੇਗਾ। ਅਸੀਂ ਫੜੇ ਗਏ, ਸਾਲ ਕੰਮ ਕੀਤਾ। 1992 ਤੋਂ ਰੱਖ ਕੇ 93 'ਚ ਫਿਰ ਫੜੇ ਗਏ। 1 ਸਾਲ ਕੰਮ ਕੀਤਾ ਅਸੀਂ। ਉਹ ਫੜੇ ਜਾਣ ਦੇ ਉਪਰੰਤ ਸਾਨੂੰ ਕੁਛ 1 ਰੁਪਈਆ ਤੱਕ ਨਹੀਂ ਮਿਲਿਆ, ਹਜੇ ਤੱਕ ਕੁਛ ਨਹੀਂ ਮਿਲਿਆ। ਅਸੀਂ ਫਰੀਡਮ ਫਾਈਟਰ ਨਾਲ ਉਹ ਘੱਟ ਨਹੀਂ, ਅਸੀਂ ਵੀ ਫਰੀਡਮ ਫਾਈਟਰ ਹਾਂ। ਤੇ ਉਸ ਗ੍ਰਿਫਤਾਰੀ ਤੋਂ ਬਾਅਦ ਤੁਸੀਂ ਜੇਲ੍ਹ 'ਚ ਰਹੇ? ਹਾਂਜੀ। ਫਿਰ ਇਹ ਜਿਹੜੀ ਫੋਟੋ ਹੈਗੀ ਆ ਉਹ ਤੁਹਾਨੂੰ ਮੈਂ ਲੈ ਕੇ ਚੱਲਦਾ। ਇਹ ਜਿਹੜੀ ਫੋਟੋ ਆ, ਇਹ ਫੋਟੋ ਉਦੋਂ ਦੀ ਹੈਗੀ? ਇਹ 1900 ਕਿਹੜੇ ਸੰਨ ਦੀ ਫੋਟੋ ਹੈ? ਇਹ 1995 ਦੀ ਜੀ। ਸੈਂਟਰਲ ਜੇਲ੍ਹ ਕੋਟ ਲਖਪਤ ਲਾਹੌਰ, ਜਿੱਥੇ ਸਰਬਜੀਤ ਸਾਡੇ ਨਾਲ ਰਿਹਾ ਵਾ। ਅਸੀਂ ਇਕੱਠੇ ਇੱਕੋ ਜੇਲ੍ਹ 'ਚ ਰਹੇ ਹਾਂ। ਸਰਬਜੀਤ ਸਾਡੇ ਨਾਲ ਰਿਹਾ ਵਾ। ਅਸੀਂ ਹਫ਼ਤੇ ਬਾਅਦ ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀਗੇ। ਜਦੋਂ ਕਿ ਬੀਫ ਮਿਲਦਾ ਸੀ, ਬੀਫ ਖਾਂਦੇ ਨਹੀਂ ਸੀ, ਤੇ ਸੁੱਕਾ ਰਾਸ਼ਨ ਦਿੰਦੇ ਸੀ ਬਣਾ ਕੇ ਮੈਸ ਦੇ ਵਿੱਚੋਂ, ਉਹਨੂੰ ਦੇ ਕੇ ਜਾਣਾ ਸਰਬਜੀਤ ਨੂੰ ਵੀ। ਤੇ ਇੱਕ ਗੁਰਦਾਸਪੁਰ ਦੇ ਨਾਲ ਪਿੰਡ ਆ, ਉਹਦਾ ਨਾਂ ਯਾਦ ਨਹੀਂ, ਭੁੱਲ ਗਿਆ, ਉਹ ਵੀ ਉੱਧਰ ਮਰ ਗਿਆ ਸੀਗਾ। ਇਹਨਾਂ ਦੋਨਾਂ ਨੇ ਫਿਰ ਰਾਸ਼ਨ ਦੇ ਕੇ ਆਉਂਦੇ ਰਹੇ ਆ। ਤੇ ਹਫ਼ਤੇ ਬਾਅਦ ਮੁਲਾਕਾਤ ਵੀ ਕਰਨੀ। ਤਾਂ ਜਦੋਂ ਆਏ ਉੱਥੋਂ ਜੇਲ੍ਹ ਤੋਂ ਇੱਥੇ ਆਏ, ਫਿਰ ਸੰਪਰਕ ਕੀਤਾ ਅਫਸਰਾਂ ਨਾਲ ਜਿਹੜੇ ਅਧਿਕਾਰੀ ਸੀ ਏਜੰਸੀਆਂ ਦੇ? ਹਾਂਜੀ, ਮਿਲੇ ਆ। ਕੀ ਕਹਿੰਦੇ ਉਹ? ਮੈਂ ਦਫ਼ਤਰੇ ਗਿਆ ਤੇ ਪਹਿਲਾਂ ਤੇ ਉਹ ਜਿਹੜੇ ਬੰਦੇ ਉਹ ਬਦਲ ਗਏ ਤੇ ਚਲੋ ਹੋਰਨਾਂ ਦਾ ਮਿਹਨਤ ਤਾਂ ਕੀਤਾ ਕਿ ਤੁਹਾਨੂੰ ਏਜੰਸੀ ਤੇ ਹੋਈ ਆ ਕਿ ਜ਼ਿਆਦਾ
ਚਲੋ ਜਿਹਨਾਂ ਮੈਨੂੰ 15,000 ਰੁਪਏ ਦਾ ਕੋਰੇ ਪਾ ਕੇ ਸਾਈਨ ਕਰਾਏ, ਸਿਰਫ 15,000 ਦਿੱਤਾ ਜਦ ਮੈਂ ਸਾਈਨ ਮੇਰੇ ਕੋਲ ਕਰਾ ਲਏ ਕੋਰੇ ਕਾਗਜ਼ ਤੇ। ਕੋਰੇ ਕਾਗਜ਼ ਤੇ ਕਿਉਂ ਸਾਈਨ ਕਰਾਏ? ਇਹ ਨਹੀਂ ਪਤਾ, ਕਹਿੰਦੇ ਸਾਈਨ ਕਰ ਤੈਨੂੰ ਪੈਸੇ ਦੇਣ ਲੱਗੇ ਆ ਕਿ ਮੁੜ ਕੇ ਕੋਈ ਕਲੇਮ ਵਗੈਰਾ ਨਾ ਕਰਨ। ਤੇ ਇਹ ਉੱਥੇ ਕੀ ਕਰਦੇ ਸੀਗੇ, ਉੱਥੇ ਕੀ ਕੰਮ ਹੁੰਦੇ ਸੀਗੇ ਐਜ ਏ ਜਾਸੂਸ? ਪਾਕਿਸਤਾਨ 'ਚ ਕੀ ਕੰਮ ਕਰਦੇ ਸੀ? ਹੁਣ ਵੱਖ-ਵੱਖ ਕੰਮ ਹੁੰਦੇ ਆ, ਸਾਨੂੰ ਤਾਂ ਭੇਜਦੇ ਰਹੇ ਆ ਕਿ ਤੁਸੀਂ ਜਾ ਕੇ ਰੇਲਵੇ ਟਾਈਮ ਟੇਬਲ ਲੈ ਕੇ ਆਓ, ਪੁਰਾਣੀ ਫੋਟੋਆਂ ਲੈ ਕੇ ਆਓ, ਕੋਈ ਸਾਬਕਾ ਫੌਜੀ ਲੈ ਆਵੋ ਜਾਂ ਅਨ ਸਿਵਲੀਅਨ ਬੰਦਾ ਕੋ ਲੈ ਕੇ ਸਾਨੂੰ ਸਰਕਾਰ ਦਰ ਮਿਲਾਓ। ਲਿਆ ਕੇ ਮਿਲਾਇਆ ਵੀ। ਬਾਕੀ ਜੋ ਕੰਮ ਵੀ ਦਿੰਦੇ, ਜਿਹੜਾ ਵੀ ਟਾਸਕ ਦਿੰਦੇ ਰਹੇ ਆ। ਅਨਸਿਵਲੀਅਨ ਬੰਦੇ ਨੂੰ ਕਿੱਥੇ ਮਿਲਾਉਂਦੇ ਸੀ? ਲਿਆ ਕੇ ਜਿਹੜੇ ਸਿਵਲ ਦੇ ਬੰਦੇ ਹੁੰਦੇ ਸੀ। ਹਾਂ, ਸਿਵਲ ਦੇ ਉਹਨਾਂ ਨੂੰ ਆਪਣੀ ਏਜੰਸੀ ਨੂੰ ਮਿਲਾਉਣ ਲਿਆ ਕੇ। ਕਿੱਥੇ? ਗੁਰਦਾਸਪੁਰ ਲਿਆ ਕੇ ਬਾਰਡਰ ਪਾਰ ਕਰਾ ਕੇ। ਬਾਰਡਰ ਪਾਰ ਕਿਵੇਂ ਕਰਦੇ ਸੀ? ਬਾਰਡਰ ਪਾਰ ਜਿਸ ਤਰ੍ਹਾਂ ਅਸੀਂ ਚਾਹੀਦਾ ਵਾ ਉਦੋਂ ਫਿਰ ਬੰਦਿਆਂ ਨੂੰ ਪੈਸੇ ਪੂਸੇ ਨਾਲ ਕਰ ਲੈਣੇ ਆ, ਇਹਨਾਂ ਫਿਰ ਪੈਸੇ ਨੂੰ ਦੇਣੇ ਆ, ਚਾਹ ਪੱਤੀ ਦੇਣੀ, ਕੱਪੜੇ ਦੇਣੇ ਆ, ਇਹੋ ਚੀਜ਼ਾਂ ਨੂੰ ਦੇਖ ਫਿਰ। ਨਹੀਂ, ਉਧਰ ਪਾਕਿਸਤਾਨ ਦੇ ਰੇਂਜਰ ਹੁੰਦੇ ਨੇ, ਬਾਰਡਰ ਕਿਵੇਂ ਪਾਰ ਕਰਦੇ ਸੀ? ਸਾਡੀ ਤਾਰ ਹੈਗੀ, ਉਹਨਾਂ ਦੀ ਤਾਰ ਹੈ ਨਹੀਂ ਗੀ। ਉਹਨਾਂ ਦੀ ਨਫਰੀ ਬਹੁਤ ਘੱਟ ਆ, ਸਾਡੀ ਨਫਰੀ ਤੇ ਬਹੁਤ ਜ਼ਿਆਦਾ ਆਪਣੇ ਚੌਂਕੀਆਂ ਦੇ ਤੇ। ਉਹਨਾਂ ਦੇ ਬਾਅਦ 15-20 ਸਿਪਾਹੀ ਹੁੰਦੇ ਨੇ, ਉਹਨਾਂ 'ਚ ਕੋਈ ਨਾਕਾ ਲੱਗਦਾ, ਕਦੀ ਕਿਤੇ ਨਾਕਾ ਲੱਗਦਾ, ਕਦੀ ਕਿਤੇ ਨਹੀਂ ਲੱਗਦਾ। ਤੇ ਫਿਰ ਉੱਥੋਂ ਬਾਰਡਰ ਮਤਲਬ ਕਿ ਕਰਪਸ਼ਨ ਦੇ ਕੇ ਪਾਰ ਕਰਦੇ, ਪੈਸੇ ਦਿੰਦੇ ਹੋ? ਨਹੀਂ, ਅਸੀਂ ਨਹੀਂ ਪੈਸੇ ਦੇਣੇ। ਪੈਸੇ ਜਦੋਂ ਅਸੀਂ ਬੰਦੇ ਨੂੰ ਲੈ ਕੇ ਆਉਣਾ ਵਾ, ਜਿਹਦੇ ਘਰ ਅਸੀਂ ਜਾਣਾ ਉਹ ਬੰਦੇ ਨੇ ਉਹਨੇ ਤਿਆਰ ਕਰਨਾ ਵਾ, ਉਹਨੇ ਤਿਆਰ ਕਰਨਾ ਬੰਦੇ ਨੂੰ, ਉਹਨੂੰ ਪੈਸੇ ਉਹਦੇ ਨਾਲ ਕਰਨੇ। ਫਿਰ ਤੂੰ ਉੱਧਰ ਜਾਏਗਾ ਤੈਨੂੰ ਪੈਸੇ ਮਿਲਣਗੇ। ਫਿਰ ਜਦੋਂ ਇੱਧਰ ਅਸੀਂ ਏਜੰਸੀ ਇੱਧਰ ਲਿਆਉਣਾ, ਗੁਰਦਾਸਪੁਰ ਲਿਆ ਕੇ ਮਿਲਾਉਣਾ ਆਪਣੀ ਏਜੰਸੀ ਨੂੰ ਰਾਹ ਨੂੰ, ਫਿਰ ਇਹਨਾਂ ਨੇ ਪੈਸੇ ਦੇਣੇ ਆ। ਕਿੰਨੇ ਪੈਸੇ ਦਿੰਦੇ ਸੀ ਉਹਨਾਂ ਨੂੰ? ਉਸ ਟਾਈਮ 5-6 ਹਜ਼ਾਰ ਰੁਪਇਆ ਦਿੰਦੇ ਹੁੰਦੇ ਉਹਨੂੰ, ਪੀਸੀ ਜਿਹੜੀ ਪਾਕਿਸਤਾਨ ਕਰੰਸੀ। ਉਹ ਕੀ ਕਰਦੇ ਸੀ? ਉਹਨਾਂ ਫਿਰ ਇਨਫੋਰਮੇਸ਼ਨ ਉਹਨਾਂ ਦੇਣੀ ਇੱਧਰ ਦੀ, ਆਪਣੇ ਮੁਲਕ ਦੀ ਇੱਧਰ ਦਿੰਦੇ। ਉਹ ਵੀ ਆਪਣੇ ਮੁਲਕ 'ਚ ਭੇਜਦੇ ਨੇ? ਪਾਕਿਸਤਾਨ ਵਾਲੇ ਤੁਸੀਂ ਉੱਥੇ ਰਹੇ ਹੋ, ਉਹ ਵੀ ਜਾਸੂਸ ਭੇਜਦੇ ਨੇ ਇੱਥੇ? ਉਹਨਾਂ ਦਾ ਭੇਜਣਾ ਨਹੀਂ ਗੱਲ ਬਣਦੀ, ਕਿਉਂਕਿ ਸਾਡੇ ਤਾਰਾਂ ਲੱਗੀਆਂ ਨੇ, ਉਹ ਨਹੀਂ ਭੇਜਦੇ, ਇੱਧਰੋਂ ਜਾਂਦੇ ਨੇ। ਉਦੋਂ ਬਾਅਦ ਫਿਰ ਇੰਨਾ ਲੰਬਾ ਸਮਾਂ ਹੋ ਗਿਆ, ਫਿਰ ਤੁਸੀਂ ਸੰਪਰਕ ਕੀਤੀ, ਹੁਣ ਤੁਸੀਂ ਰਿਕਸ਼ਾ ਚਲਾਉਂਦੇ ਹੋ? ਹਾਂਜੀ। ਤਾਂ ਉਦੋਂ ਸੰਪਰਕ